ਹੈਲੋ एवरीवन। आज ਆਪਾਂ ਕਰਾਂਗੇ ਲੈਸਨ 1 ਦਾ ਮੈਜਿਕ ਵਾਇਲਿਨ ਦੀ ਰੀਡਿੰਗ ਅਤੇ ਐਕਸਪਲੇਨੇਸ਼ਨ। ਮੈਜਿਕ ਯਾਨੀ ਜਾਦੂਗਰੀ ਔਰ ਵਾਇਲਿਨ ਦਾ ਅਰਥ ਹੁੰਦਾ ਹੈ ਇੱਕ ਤਰ੍ਹਾਂ ਦਾ ਮਿਊਜ਼ੀਕਲ ਇਨਸਟਰੂਮੈਂਟ। ਇਸ ਤਰ੍ਹਾਂ ਦਾ ਚਲਿਏ ਆਪਾਂ ਹੁਣ ਫਸਟ ਪੈਰਾਗ੍ਰਾਫ ਤੋਂ ਇਹ ਲੈਸਨ ਸ਼ੁਰੂ ਕਰਦੇ ਹਾਂ। ਐਨ ਔਰਫਨ, ਔਰਫਨ ਯਾਨੀ ਕਿ ਅਨਾਥ। ਐਨ ਔਰਫਨ ਲਿਵਡ ਇਨ ਸਿਸਲੀ, ਇਟਲੀ। ਇਟਲੀ ਦੇ ਸਿਸਲੀ ਵਿੱਚ ਇੱਕ ਅਨਾਥ ਰਹਿੰਦਾ ਸੀ। He went around looking for work. ਉਹ ਕੰਮ ਦੀ ਤਲਾਸ਼ ਵਿੱਚ ਇੱਧਰ ਉੱਧਰ ਗਿਆ। He met a farmer who gave him the job of taking his goats to graze on the hills. ਉਹ ਇੱਕ ਕਿਸਾਨ ਨੂੰ ਮਿਲਿਆ ਜਿਸ ਨੇ ਉਸ ਨੂੰ ਆਪਣੀ ਬੱਕਰੀਆਂ ਨੂੰ ਪਹਾੜੀਆਂ 'ਤੇ ਚਰਾਉਣ ਲਈ ਲੈ ਜਾਣ ਦਾ ਕੰਮ ਦਿੱਤਾ। Did the boy get paid for? Did the boy get paid for the work he did? ਕੀ ਲੜਕੇ ਨੂੰ ਉਸ ਦੇ ਕੰਮ ਲਈ ਤਨਖਾਹ ਦਿੱਤੀ ਗਈ? What happened when he wanted to leave the job? ਕੀ ਹੋਇਆ ਜਦੋਂ ਉਹ ਨੌਕਰੀ ਛੱਡਣਾ ਚਾਹੁੰਦਾ ਸੀ? ਲੀਵ ਯਾਨੀ ਕਿ ਛੱਡਣਾ। ਹੁਣ ਆਪਾਂ ਫਸਟ ਪੈਰਾਗ੍ਰਾਫ ਤੋਂ ਇਸ ਦੀ ਰੀਡਿੰਗ ਅਤੇ ਐਕਸਪਲੇਨੇਸ਼ਨ ਸ਼ੁਰੂ ਕਰਾਂਗੇ। ਇਨ ਸਿਸਲੀ there once lived a boy. ਕਿ ਸਿਸਲੀ ਦੇ ਵਿੱਚ ਇੱਕ ਵਾਰੀ ਇੱਕ ਮੁੰਡਾ ਰਹਿੰਦਾ ਸੀ। who was always happy although he was very poor. ਜੋ ਕਿ ਹਮੇਸ਼ਾ ਖੁਸ਼ ਰਹਿੰਦਾ ਸੀ ਜਦੋਂ ਕਿ ਉਹ ਗਰੀਬ ਵੀ ਸੀ। his parents died. His parents died when he was young. ਕਿ ਜਦੋਂ ਉਹ ਛੋਟਾ ਸੀ ਤਾਂ ਉਸਦੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ। So he set out by himself to seek his fortune. seek ਯਾਨੀ ਕਿ ਖੋਜ ਕਰਨਾ, ਕਿਸੇ ਚੀਜ਼ ਨੂੰ ਲੱਭਣਾ। ਇਸ ਲਈ ਉਹ ਆਪਣੀ ਕਿਸਮਤ ਲੱਭਣ ਲਈ ਆਪਣੇ ਆਪ ਹੀ ਨਿਕਲਿਆ। He laughed merrily at everything. merrily ਯਾਨੀ ਖੁਸ਼ੀ ਨਾਲ, ਮਜ਼ੇ ਨਾਲ। ਉਹ ਹਰ ਗੱਲ 'ਤੇ ਮਜ਼ੇ ਨਾਲ ਹੱਸਦਾ ਸੀ। And all through his troubles he was cheerful and happy. troubles यानी कि मुसीबत, cheerful and happy यानी कि खुश मिजाज। तो अपनी सारिया मुसीबतां ਦੇ ਦੌਰਾਨ ਉਹ ਹਮੇਸ਼ਾ ਖੁਸ਼ ਰਹਿੰਦਾ ਸੀ। He went about the country looking for work. ਉਹ ਕੰਮ ਦੀ ਭਾਲ ਵਿੱਚ ਦੇਸ਼ ਘੁੰਮਿਆ ਯਾਨੀ ਉਹ ਜਗ੍ਹਾ ਜਗ੍ਹਾ ਗਿਆ। And at last one day he came to a farmhouse. ਉਹ ਇੱਧਰ ਉੱਧਰ ਘੁੰਮਦਾ ਰਿਹਾ ਅਤੇ ਅਖੀਰ ਵਿੱਚ ਇੱਕ ਦਿਨ ਉਹ ਇੱਕ ਫਾਰਮ ਹਾਊਸ ਵਿੱਚ ਆ ਗਿਆ। He knocked at the door and the farmer came out. ਉਸਨੇ ਦਰਵਾਜ਼ਾ ਖੜਕਾਇਆ। knocked ਯਾਨੀ ਕਿ ਖੜਕਾਣਾ। ਉਸਨੇ ਦਰਵਾਜ਼ਾ ਖੜਕਾਇਆ ਅਤੇ ਇੱਕ ਕਿਸਾਨ ਬਾਹਰ ਆ ਗਿਆ। What do you want? ਤੁਹਾਨੂੰ ਕੀ ਚਾਹੀਦਾ ਹੈ? The farmer asked angrily. farmer ਗੁੱਸੇ ਵਿੱਚ ਪੁੱਛਿਆ। He was a mean person. mean ਯਾਨੀ ਕਿ ਘਟੀਆ। He was a mean person and a miser. miser ਦਾ ਮਤਲਬ ਕੰਜੂਸ। ਤੋ ਉਹ ਜੋ ਫਾਰਮਰ ਸੀ ਉਹ ਇੱਕ ਘਟੀਆ ਬੰਦਾ ਸੀ ਅਤੇ ਕੰਜੂਸ ਸੀ। and thought that the boy must be a beggar. ਉਹ ਇੱਕ ਮੰਦਭਾਗਾ ਅਤੇ ਕੰਜੂਸ ਸੀ ਉਹ ਫਾਰਮਰ, ਅਤੇ ਉਸਨੇ ਸੋਚਿਆ ਕਿ ਮੁੰਡਾ ਕੋਈ ਭਿਖਾਰੀ ਹੋਊਗਾ ਯਾਨੀ ਕਿ ਉਹ ਕੁਝ ਮੰਗਣ ਆਇਆ। ਕਿਉਂਕਿ ਉਹ ਕੰਜੂਸ ਸੀ ਤਾਂ ਇਸ ਲਈ ਉਹ ਮੁੰਡੇ ਨੂੰ ਦੇਖ ਕੇ ਗੁੱਸੇ ਵਿੱਚ ਆ ਗਿਆ। I want work, said the boy smiling. smiling ਯਾਨੀ ਕਿ ਮੁਸਕਰਾਉਣਾ। ਬੱਚੇ ਨੇ ਕਿਹਾ, ਮੁੰਡੇ ਨੇ ਕਿਹਾ, ਮੈਨੂੰ ਕੰਮ ਚਾਹੀਦਾ ਹੈ। ਇਹ ਗੱਲ ਮੁੰਡੇ ਨੇ ਮੁਸਕਰਾਉਂਦੇ ਹੋਏ ਕਿਹਾ। and any kind of
work, यानी कि कोई तरह ਦਾ ਕੰਮ ਵੀ ਚੱਲੂਗਾ। I see, said the miser less angrily. ਮਾਈਜ਼ਰ ਨੇ ਕਿਹਾ, ਉਹ ਜੋ ਕਿਸਾਨ ਸੀ, ਜੋ ਕਿ ਮਾਈਜ਼ਰ ਸੀ, ਕੰਜੂਸ ਸੀ, ਉਸਨੇ ਕਿਹਾ, ਮੈਂ ਦੇਖਦਾ ਹਾਂ। ਔਰ ਇਹ ਕੰਜੂਸ ਨੇ ਘੱਟ ਗੁੱਸੇ ਨਾਲ ਕਿਹਾ, and he saw a way of getting something out of nothing। ਔਰ ਉਸਨੇ ਬਿਨਾਂ ਕਿਸੇ ਚੀਜ਼ ਦੇ ਕੁਝ ਪ੍ਰਾਪਤ ਕਰਨ ਦਾ ਤਰੀਕਾ ਦੇਖਿਆ। ਉਸਨੇ ਸੋਚਿਆ ਕਿ ਬਿਨਾਂ ਕਿਸੇ ਚੀਜ਼ ਦੇ ਮੈਂ ਕੁਝ ਨਾ ਕੁਝ ਇਸ ਮੁੰਡੇ ਤੋਂ ਕੱਢ ਲਵਾਂਗਾ। ਵੈਲ ਯੂ ਕੈਨ ਕਮ ਐਂਡ ਲੁੱਕ ਆਫਟਰ ਮਾਈ ਗੋਟਸ, ਕਿ ਅੱਛਾ ਤੁਸੀਂ ਆ ਕੇ ਮੇਰੀ ਬੱਕਰੀਆਂ ਦੀ ਦੇਖਭਾਲ ਕਰ ਸਕਦੇ ਹੋ। ਸੋ ਦ ਬॉय went ਟੂ ਲਿਵ ਇਨ ਦ ਫਾਰਮ ਹਾਊਸ। ਇਸ ਲਈ ਲੜਕਾ ਫਾਰਮ ਹਾਊਸ ਵਿੱਚ ਰਹਿਣ ਲੱਗ ਪਿਆ। And every day he took the goats to the hills to graze। graze यानी कि ਚਰਾਉਣਾ, ਅਤੇ ਉਹ ਹਰ ਰੋਜ਼ ਬੱਕਰੀਆਂ ਨੂੰ ਪਹਾੜੀਆਂ 'ਤੇ ਚਰਾਉਣ ਲਈ ਲੈ ਜਾਂਦਾ ਸੀ। At the end of 3 years, 3 ਸਾਲਾਂ ਦੇ ਅੰਤ ਵਿੱਚ, ਯਾਨੀ ਕਿ ਜਦ 3 ਸਾਲ ਗੁਜ਼ਰ ਗਏ, the boy wanted a change of work। ਲੜਕਾ ਆਪਣਾ ਕੰਮ ਬਦਲਣਾ ਚਾਹੁੰਦਾ ਸੀ। ਬਿਕੋਜ਼ ਹੀ ਫੈਲਟ ਲੋਨਲੀ ਇਨ ਦ ਹਿਲਸ। ਲੋਨਲੀ ਯਾਨੀ ਕਿ ਇਕਲਾਪਨ, ਕਿਉਂਕਿ ਉਹ ਪਹਾੜੀਆਂ ਵਿੱਚ ਇਕਲਾ ਮਹਿਸੂਸ ਕਰਦਾ ਸੀ। ਵੈਨ ਹੀ ਕੇਮ ਹੋਮ ਐਟ ਨਾਈਟ, ਜਦੋਂ ਉਹ ਰਾਤ ਨੂੰ ਘਰ ਪਰਤਦਾ ਸੀ, ਹੀ ਨੈਵਰ ਸੌ ਐਨੀਵਨ ਟੂ ਟਾਕ ਟੂ। ਉਹ ਕਿਸੇ ਨੂੰ ਵੀ ਗੱਲ ਕਰਨ ਲਈ ਦੇਖ ਨਹੀਂ ਸਕਦਾ ਸੀ। ਬਟ ਦ ਓਲਡ ਫਾਰਮਰ, ਸਿਰਫ ਉਹਨੂੰ ਉਹ ਓਲਡ ਫਾਰਮਰ ਮਿਲਦਾ ਸੀ। ਉਹਨੂੰ ਹੋਰ ਕੋਈ ਮਿਲਦਾ ਨਹੀਂ ਸੀ ਗੱਲ ਕਰਨ ਲਈ, ਇਸ ਲਈ ਉਹ ਬਹੁਤ ਇਕਲਾ ਇਕਲਾ ਮਹਿਸੂਸ ਕਰਨ ਲੱਗ ਪਿਆ ਸੀ। One evening he told his master that he wanted to leave him। ਇੱਕ ਸ਼ਾਮੀ ਉਸਨੇ ਆਪਣੇ ਮਾਲਕ ਨੂੰ ਕਿਹਾ ਕਿ ਮੈਂ ਤੁਹਾਨੂੰ ਛੱਡਣਾ ਚਾਹੁੰਦਾ ਹਾਂ, ਯਾਨੀ ਕਿ ਮੈਂ ਇਹ ਕੰਮ ਛੱਡਣਾ ਚਾਹੁੰਦਾ ਹਾਂ। He asked for his wages। ਉਸਨੇ ਆਪਣੇ ਤਨਖਾਹ ਦੀ ਮੰਗ ਕੀਤੀ। That he had earned during the 3 years on the farm। ਉਸਨੇ ਆਪਣੀ ਉਜਰਤ ਮੰਗੀ ਜੋ ਉਸਨੇ ਖੇਤ ਵਿੱਚ 3 ਸਾਲਾਂ ਦੌਰਾਨ ਕਮਾਇਆ ਸੀ। wages यानी तनख्वाह। cried the farmer angrily। ਮਜ਼ਦੂਰੀ, ਕਿਸਾਨ ਨੇ ਗੁੱਸੇ ਨਾਲ ਕਿਹਾ। wages, I never said anything about the wages when I gave you the work। ਮਜ਼ਦੂਰੀ, ਜਦੋਂ ਮੈਂ ਤੁਹਾਨੂੰ ਕੰਮ ਦਿੱਤਾ ਸੀ ਤਾਂ ਮੈਂ ਮਜ਼ਦੂਰੀ ਬਾਰੇ ਕਦੇ ਕੁਝ ਨਹੀਂ ਕਿਹਾ। ਯਾਨੀ ਕਿ ਉਹ ਫਾਰਮਰ ਹੁਣ ਇਸ ਮੁੰਡੇ ਨੂੰ ਕੋਈ ਮਜ਼ਦੂਰੀ ਨਹੀਂ ਦੇਣਾ ਚਾਹੁੰਦਾ ਸੀ। ਡੈਟ ਇਜ਼ ਸੋ, ਆਨਸਰਡ ਦ ਬॉय, ਕਿ ਇਹ ਗੱਲ ਠੀਕ ਹੈ ਕਿ ਕੋਈ ਗੱਲ ਵੇਜਸ ਦੀ ਨਹੀਂ ਹੋਈ ਸੀ। ਮੁੰਡੇ ਨੇ ਜਵਾਬ ਦਿੱਤਾ। ਬਟ ਨੋ ਵਨ ਐਵਰ ਵਰਕਸ ਫॉर ਨਥਿੰਗ। ਪਰ ਕੋਈ ਵੀ ਵਿਅਕਤੀ ਕਦੇ ਵੀ ਵਿਅਰਥ ਕੰਮ ਨਹੀਂ ਕਰਦਾ, ਯਾਨੀ ਕਿ ਬਿਨਾਂ ਕਿਸੇ ਚੀਜ਼ ਨੂੰ ਲੈ ਉਹ ਕਦੇ ਵੀ ਕੋਈ ਵੀ ਵਿਅਕਤੀ ਕੰਮ ਨਹੀਂ ਕਰਦਾ। ਕੰਮ ਦੇ ਬਦਲੇ ਹਰ ਕੋਈ ਕੁਛ ਨਾ ਕੁਛ ਲੈਂਦਾ ਹੈ, ਯਾਨੀ ਕਿ ਵੇਜਸ ਲੈਂਦਾ ਹੈ। I did not settle the wages then because I thought you are a just man। ਮੈਂ ਤਦੋਂ ਮਜ਼ਦੂਰੀ ਦਾ ਨਿਪਟਾਰਾ ਨਹੀਂ ਕੀਤਾ, ਯਾਨੀ ਕਿ ਮਜ਼ਦੂਰੀ ਬਾਰੇ ਕੋਈ ਗੱਲ ਨਹੀਂ ਕੀਤੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਤੁਸੀਂ ਇੱਕ ਧਰਮੀ ਆਦਮੀ ਹੋ, ਯਾਨੀ ਕਿ ਤੁਸੀਂ ਮੈਨੂੰ ਮੇਰੀ ਤਨਖਾਹ ਦੇ ਦੋਗੇ। ਐਂਡ I am a just man, roared the farmer। ਰੋਡ ਯਾਨੀ ਗਰਜਨਾ, ਅਤੇ ਮੈਂ ਇੱਕ ਨਿਆਂਕਾਰ ਆਦਮੀ ਹਾਂ। ਕਿਸਾਨ ਇਹ ਗੱਲ ਗਰਜਦੇ ਹੋਏ ਕਿਸਾਨ ਨੇ ਕਿਹਾ। No one has ever told me that I was not that before।
ਅਤੇ ਮੈਨੂੰ ਕਦੇ ਵੀ ਕਿਸੇ ਨੇ ਨਹੀਂ ਕਿਹਾ ਕਿ ਮੈਂ ਜਸਟ ਇਨਸਾਨ ਨਹੀਂ ਹਾਂ। You shall see. I will pay your wages even though I do not owe you any. ਉਹ ਯਾਨੀ ਕਿ ਦੇਣਦਾਰ ਹੋਣਾ, ਕਿ ਤੁਸੀਂ ਦੇਖੋਗੇ ਕਿ ਮੈਂ ਤੁਹਾਡੀ ਮਜ਼ਦੂਰੀ ਅਦਾ ਕਰਾਂਗਾ ਭਾਵੇਂ ਮੈਂ ਤੁਹਾਡਾ ਕੋਈ ਦੇਣਦਾਰ ਨਹੀਂ ਹਾਂ। Then he gave the boy 3 copper coins for 3 years' work. ਫਿਰ ਉਸਨੇ ਲੜਕੇ ਨੂੰ 3 ਸਾਲਾਂ ਦੇ ਕੰਮ ਲਈ 3 ਤਾਂਬੇ ਦੇ ਸਿੱਕੇ ਦਿੱਤੇ। The boy looked at them and laughed. ਮੁੰਡੇ ਨੇ ਉਹਨਾਂ ਵੱਲ ਦੇਖਿਆ, ਯਾਨੀ ਕਿ 3 ਤਾਂਬੇ ਦੇ ਸਿੱਕੇ ਦੇ ਕੋਇਨ ਦੇ ਵੱਲ ਦੇਖੇ ਅਤੇ ਹੱਸਿਆ। He put the coins in his pocket. ਉਸਨੇ ਉਹ ਸਾਰੇ ਸਿੱਕੇ ਆਪਣੇ ਪਾਕਟ ਦੇ ਵਿੱਚ ਰੱਖ ਲਏ। Took a shabby hat and went off whistling. ਅਤੇ ਆਪਣੀ ਗੰਦੀ ਟੋਪੀ ਲੈ ਲਈ ਅਤੇ ਸੀਟੀ ਮਾਰਦਾ ਹੋਇਆ ਚਲਾ ਗਿਆ। That night he slept under a haystack. haystack ਯਾਨੀ ਕਿ ਸੁੱਕੀ ਘਾਹ ਦਾ ਢੇਰ। ਉਸ ਰਾਤ ਉਹ ਘਾਹ ਦੇ ਢੇਰ ਹੇਠ ਸੋ ਗਿਆ। And in the morning when he woke up, ਅਤੇ ਸਵੇਰ ਵੇਲੇ ਜਦ ਉਹ ਉੱਠਿਆ, he saw an old beggar in front of him. ਅਤੇ ਉਸਨੇ ਆਪਣੇ ਸਾਹਮਣੇ ਇੱਕ ਬੁੱਢੇ ਭਿਖਾਰੀ ਨੂੰ ਦੇਖਿਆ। The boy smiled and said. ਮੁੰਡਾ ਮੁਸਕਰਾਇਆ ਅਤੇ ਉਸਨੇ ਕਿਹਾ, Good morning, my friend. You are out of bed early. ਸ਼ੁਭ ਸਵੇਰੇ ਮੇਰੇ ਦੋਸਤ, ਤੁਸੀਂ ਜਲਦੀ ਉੱਠ ਗਏ। ਮੁੰਡੇ ਨੇ ਭਿਖਾਰੀ ਨੂੰ ਕਿਹਾ ਕਿ ਤੁਸੀਂ ਅੱਜ ਜਲਦੀ ਉੱਠ ਗਏ। I am, replied the beggar. replied ਯਾਨੀ ਕਿ ਜਵਾਬ ਦੇਣਾ। ਤੋ ਭਿਖਾਰੀ ਨੇ ਕਿਹਾ, ਹਾਂ ਮੈਂ ਜਾਗ ਗਿਆ ਹਾਂ। I was so hungry that I could not have slept even if I had a bed of feathers to lie. feathers यानी खंभ और lie यानी कि बिस्तर उत्ते लेटना। hungry यानी कि भुखा। ਫਿਰ ਉਹ ਭਿਖਾਰੀ ਕੀ ਜਵਾਬ ਦਿੰਦਾ ਹੈ, ਮੈਨੂੰ ਇੰਨੀ ਭੁੱਖ ਲੱਗੀ ਸੀ ਕਿ ਜੇ ਮੇਰੇ ਕੋਲ ਲੇਟਣ ਲਈ ਖੰਭਾਂ ਦਾ ਬਿਸਤਰਾ ਹੁੰਦਾ ਤਾਂ ਵੀ ਮੈਂ ਨਹੀਂ ਸੋ ਸਕਦਾ ਸੀ। Can you spare me a copper coin or two? I am so hungry. Spare यानी कि ਦੇ ਸਕਦੇ ਹੋ, hungry यानी कि ਭੁੱਖਾ। ਤੋ ਉਹ ਭਿਖਾਰੀ ਮੁੰਡੇ ਨੂੰ ਕਹਿੰਦਾ ਹੈ ਕਿ ਤੁਸੀਂ ਮੈਨੂੰ 1 ਜਾਂ 2 ਤਾਂਬੇ ਦਾ ਸਿੱਕਾ ਦੇ ਸਕਦੇ ਹੋ, ਮੈਨੂੰ ਬਹੁਤ ਭੁੱਖ ਲੱਗੀ ਹੈ। The boy put his hand into his pocket. ਉਹ ਮੁੰਡੇ ਨੇ ਆਪਣੇ ਹੱਥ ਆਪਣੇ ਪਾਕਟ ਦੇ ਵਿੱਚ ਪਾਏ and took out the 3 copper coins that were his wages for 3 years. ਲੜਕੇ ਨੇ ਆਪਣੀ ਜੇਬ ਵਿੱਚ ਹੱਥ ਪਾ ਕੇ 3 ਤਾਂਬੇ ਦੇ ਸਿੱਕੇ ਕੱਢ ਲਏ ਜੋ ਉਸਦੀ 3 ਸਾਲਾਂ ਦੀ ਮਜ਼ਦੂਰੀ ਸੀ। Take these, he said cheerfully. ਫਿਰ ਮੁੰਡੇ ਨੇ ਭਿਖਾਰੀ ਨੂੰ ਕਿਹਾ, ਇਹ ਲੈ ਲਓ, ਔਰ ਉਸਨੇ ਇੱਕ ਗੱਲ ਖੁਸ਼ੀ ਨਾਲ ਕਿਹਾ। It took me a long time to earn them. earn यानी कमाना. But I can go back to the goats again and earn some more. ਇਹਨਾਂ ਨੂੰ ਕਮਾਉਣ ਵਿੱਚ ਮੈਨੂੰ ਬਹੁਤ ਸਮਾਂ ਲੱਗ ਗਿਆ, ਪਰ ਮੈਂ ਦੁਬਾਰਾ ਬੱਕਰੀਆਂ ਕੋਲ ਜਾ ਸਕਦਾ ਹਾਂ ਅਤੇ ਕੁਝ ਹੋਰ ਕਮਾ ਸਕਦਾ ਹਾਂ। As the beggar took the 3 copper coins, ਜਿਵੇਂ ਹੀ ਭਿਖਾਰੀ ਨੇ 3 ਤਾਂਬੇ ਦੇ ਸਿੱਕੇ ਲਏ, his rags fell from his body. rags यानी कि चिथड़े, ਉਸ ਦੇ ਚਿਥੜੇ ਉਸ ਦੇ ਸਰੀਰ ਤੋਂ ਡਿੱਗ ਪਏ, ਯਾਨੀ ਕਿ ਜੋ ਚਿਥੜੇ ਉਹਨੇ ਪਾਏ ਹੋਏ ਸੀ। And in their place appeared a black velvet cloak. velvet यानी मखमली, cloak यानी चोगा, with silver work on it.
ਅਤੇ ਉਹਨਾਂ ਦੀ ਜਗ੍ਹਾ 'ਤੇ ਯਾਨੀ ਕਿ ਚਿੱਥੜਿਆਂ ਦੀ ਜਗ੍ਹਾ 'ਤੇ ਇੱਕ ਕਾਲਾ ਮਖਮਲੀ ਚੌਗਾ ਦਿਖਾਈ ਦਿੱਤਾ ਜਿਸ ਉੱਤੇ ਚਾਂਦੀ ਦਾ ਕੰਮ ਕੀਤਾ ਹੋਇਆ ਸੀ। You are a good lad, lad यानी लड़का। I see, said the old man। ਤੁਸੀਂ ਇੱਕ ਚੰਗੇ ਲੜਕੇ ਹੋ, ਮੈਂ ਦੇਖ ਰਿਹਾ ਹਾਂ, ਬੁੱਢੇ ਨੇ ਕਿਹਾ। I am not a beggar, ਮੈਂ ਭਿਖਾਰੀ ਨਹੀਂ ਹਾਂ। I am an angel, ਮੈਂ ਇੱਕ ਦੂਤ ਹਾਂ। I can grant you two wishes, grant यानी कि देना। ਮੈਂ ਤੁਹਾਨੂੰ ਦੋ ਇੱਛਾਵਾਂ ਦੇ ਸਕਦਾ ਹਾਂ। What do you want? ਤੁਸੀਂ ਕੀ ਚਾਹੁੰਦੇ ਹੋ? I can grant gifts to those who deserve them। ਕਿ ਮੈਂ ਉਹਨਾਂ ਨੂੰ ਤੋਹਫੇ ਦੇ ਸਕਦਾ ਹਾਂ ਜੋ ਉਹਨਾਂ ਦੇ ਹੱਕਦਾਰ ਹਨ। The boy thought for a moment and said, moment यानी कि ਇੱਕ ਮਿੰਟ ਲਈ। ਲੜਕੇ ਨੇ ਕੁਝ ਪਲ ਸੋਚਿਆ ਅਤੇ ਕਿਹਾ, I would like to have a violin which plays music to make all men dance। ਕਿ ਮੈਂ ਇੱਕ ਵਾਇਲਿਨ ਚਾਹੁੰਦਾ ਹਾਂ ਜੋ ਕਿ ਸਾਰੇ ਆਦਮੀਆਂ ਨੂੰ ਨੱਚਣ 'ਤੇ ਮਜਬੂਰ ਕਰ ਦੇ ਜਾਂ ਨਚਾ ਸਕੇ। And a gun that will always hit the thing at which I aim। हिट यानी मारना, एम यानी निशाना लगाना। तो ਅਤੇ ਮੈਂ ਇੱਕ ਬੰਦੂਕ ਚਾਹੁੰਦਾ ਹਾਂ ਜੋ ਹਮੇਸ਼ਾ ਉਸ ਚੀਜ਼ ਨੂੰ ਮਾਰੇਗੀ ਜਿਸ ਤੇ ਮੇਰਾ ਨਿਸ਼ਾਨਾ ਹੋਏਗਾ। ਤਾਂ ਇਹ ਮੁੰਡੇ ਨੇ ਉਸ ਐਂਜਲ ਤੋਂ ਦੂਤ ਤੋਂ ਦੋ ਚੀਜ਼ਾਂ ਮੰਗੀਆਂ। ਇੱਕ ਤਾਂ ਉਸਨੇ ਵਾਇਲਿਨ ਮੰਗੀ ਜੋ ਕਿ ਸਾਰੇ ਆਦਮੀਆਂ ਨੂੰ ਨਚਾਊਗਾ ਔਰ ਦੂਜਾ ਉਹਨੇ ਗਨ ਮੰਗਿਆ ਜੋ ਕਿ ਹਰ ਉਸ ਚੀਜ਼ ਨੂੰ ਮਾਰੇਗਾ ਜਿਸ 'ਤੇ ਉਹ ਨਿਸ਼ਾਨਾ ਲਾਏਗਾ। The old man smiled। ਬੁੱਢਾ ਮੁਸਕਰਾਇਆ। And at once from beneath his cloak, beneath यानी ਹੇਠਾਂ, cloak यानी कि ਚਾਦਰ ਜੋ ਉਸ ਬੁੱਢੇ ਨੇ ਪਾਇਆ ਹੋਇਆ ਸੀ, he brought out a violin and a gun। ਬੁੱਢਾ ਹੱਸਿਆ, ਮੁਸਕਰਾਇਆ ਅਤੇ ਉਸੇ ਵੇਲੇ ਆਪਣੇ ਚਾਦਰ ਦੇ ਹੇਠਾਂ ਤੋਂ ਉਸਨੇ ਇੱਕ ਵਾਇਲਿਨ ਅਤੇ ਇੱਕ ਬੰਦੂਕ ਕੱਢੀ। He gave them to the boy। ਉਸਨੇ ਉਹ ਬੰਦੂਕ ਅਤੇ ਵਾਇਲਿਨ ਮੁੰਡੇ ਨੂੰ ਦੇ ਦਿੱਤਾ। May they bring you the happiness that you deserve। deserve यानी ਜਿਸ ਚੀਜ਼ 'ਤੇ ਹੱਕ ਹੋਣਾ। ਇੱਥੇ ਦੇ ਦਾ ਮਤਲਬ ਹੈ ਉਹ ਗਨ ਅਤੇ ਵਾਇਲਿਨ। ਤੋ ਇਹ ਜੋ ਐਂਜਲ ਹੈ ਉਹ ਕਹਿੰਦਾ ਹੈ ਉਹ ਤੁਹਾਡੇ ਲਈ ਯਾਨੀ ਗਨ ਅਤੇ ਵਾਇਲਿਨ ਤੁਹਾਡੇ ਲਈ ਉਹ ਖੁਸ਼ੀ ਲੈ ਕੇ ਆਉਣ ਜਿਸ ਦੇ ਤੁਸੀਂ ਹੱਕਦਾਰ ਹੋ। He said and disappeared। ਇਹ ਗੱਲ ਐਂਜਲ ਨੇ ਕਹੀ ਅਤੇ ਉਹ ਆਲੋਪ ਹੋ ਗਿਆ ਯਾਨੀ ਗਾਇਬ ਹੋ ਗਿਆ। The boy made his way back towards the farm where he had worked for 3 long years for 3 copper coins। ਮੁੰਡਾ ਵਾਪਸ ਖੇਤ ਵੱਲ ਮੁੜ ਗਿਆ ਜਿੱਥੇ ਉਸਨੇ 3 ਤਾਂਬੇ ਦੇ ਸਿੱਕਿਆਂ ਲਈ 3 ਸਾਲ ਲਈ ਕੰਮ ਕੀਤਾ ਸੀ। And just as he went near the gate, a bird flew from a field। ਅਤੇ ਜਿਵੇਂ ਹੀ ਉਹ ਗੇਟ ਦੇ ਨੇੜੇ ਗਿਆ, ਨੀਅਰ ਦਾ ਗੇਟ ਯਾਨੀ ਗੇਟ ਦੇ ਨੇੜੇ ਜਾਣਾ, ਇੱਕ ਖੇਤ ਵਿੱਚੋਂ ਇੱਕ ਪੰਛੀ ਉੜਿਆ। ਫਲਿਊ ਯਾਨੀ ਕਿ ਉੜਨਾ। At once the boy aimed at it। ਕਿ ਉਸੇ ਵੇਲੇ ਐਟ ਵੰਸ ਯਾਨੀ ਕਿ ਉਸੇ ਵੇਲੇ ਉਹ ਜੋ ਮੁੰਡਾ ਸੀ ਉਸਨੇ ਉਹ ਪੰਛੀ ਵੱਲ ਆਪਣਾ ਨਿਸ਼ਾਨਾ ਲਾਇਆ। With his magic gun and of course hit the bird।
ਉਸਨੇ ਆਪਣੇ ਮੈਜਿਕ ਗਨ ਨਾਲ ਨਿਸ਼ਾਨਾ ਲਾਇਆ ਐਂਡ ਆਫ ਕੋਰਸ ਯਾਨੀ ਕਿ ਬੇਸ਼ੱਕ, ਅਤੇ ਬੇਸ਼ੱਕ ਉਹ ਪੰਛੀ ਨੂੰ ਮਾਰ ਗਿਰਾਇਆ। As the bird fell, ਜਿਵੇਂ ਹੀ ਪੰਛੀ ਡਿੱਗਿਆ, the farmer came out of the house, ਬੁੱਢਾ ਨਹੀਂ, ਉਹ ਕਿਸਾਨ ਆਪਣੇ ਘਰ ਵਿੱਚੋਂ ਬਾਹਰ ਆਇਆ, and went to pick it up, ਅਤੇ ਉਸ ਨੂੰ ਚੁੱਕਣ ਚਲਾ ਗਿਆ। That is mine, he shouted, ਉਹ ਮੇਰਾ ਹੈ, ਉਹ ਚੀਖਿਆ, ਯਾਨੀ ਕਿ ਫਾਰਮਰ ਚੀਖਿਆ ਕਿ ਇਹ ਪੰਛੀ ਮੇਰਾ ਹੈ। Certainly, ਯਕੀਨਨ, answered the boy, ਮੁੰਡੇ ਨੇ ਜਵਾਬ ਦਿੱਤਾ। But you may only have it by dancing for it, ਪਰ ਇਸ ਨੂੰ ਤੁਸੀਂ ਨੱਚ ਕੇ ਹੀ ਲੈ ਸਕਦੇ ਹੋ ਜਾਂ ਪਾ ਸਕਦੇ ਹੋ। I will have none of your rudeness, you rascal, shouted the farmer. ਰਾਸਕਲ ਦਾ ਮਤਲਬ ਬਦਮਾਸ਼। ਤੋ ਇਹ ਫਾਰਮਰ ਕਹਿੰਦਾ ਹੈ ਕਿ ਮੈਂ ਤੇਰੀ ਕੋਈ ਰੂਡਨੈਸ ਯਾਨੀ ਕਿ ਬਦਮਾਸ਼ੀ ਜਾਂ ਬਦਤਮੀਜ਼ੀ, ਤੂੰ ਬਦਮਾਸ਼ ਕਹੀਦਾ, ਮੈਂ ਤੇਰੀ ਕੋਈ ਬਦਮਾਸ਼ੀ ਜਾਂ ਬਦਤਮੀਜ਼ੀ ਸਹਿਣ ਨਹੀਂ ਕਰਾਂਗਾ। But before he could reach the bird, ਪਰ ਇਸ ਤੋਂ ਪਹਿਲਾਂ ਕਿ ਉਹ ਯਾਨੀ ਕਿ ਕਿਸਾਨ ਪੰਛੀ ਤੱਕ ਪਹੁੰਚਦਾ, the boy began to play on his violin, ਮੁੰਡਾ ਆਪਣੀ ਵਾਇਲਿਨ 'ਤੇ ਵਜਾਣਾ ਸ਼ੁਰੂ ਕਰ ਦਿੱਤਾ, and the farmer had to dance, ਅਤੇ ਕਿਸਾਨ ਨੂੰ ਨੱਚਣਾ ਪਿਆ। He danced and the boy would not stop playing. But before he could reach the bird, ਪਰ ਇਸ ਤੋਂ ਪਹਿਲਾਂ ਕਿ ਉਹ ਆਪਣੀ ਪੰਛੀ ਤੱਕ ਪਹੁੰਚਦਾ, ਯਾਨੀ ਕਿ ਇਸ ਤੋਂ ਪਹਿਲਾਂ ਕਿ ਕਿਸਾਨ ਆਪਣੀ ਪੰਛੀ ਤੱਕ ਪਹੁੰਚਦਾ, the boy began to play on his violin, ਮੁੰਡੇ ਨੇ ਵਾਪਸ ਆਪਣੀ ਵਾਇਲਿਨ ਵਜਾਣੀ ਸ਼ੁਰੂ ਕਰ ਦਿੱਤੀ, and the farmer had to dance, ਅਤੇ ਕਿਸਾਨ ਨੂੰ ਨੱਚਣਾ ਪਿਆ। He danced and the boy would not stop playing, ਕਿਸਾਨ ਨੱਚਦਾ ਰਿਹਾ ਅਤੇ ਮੁੰਡਾ ਖੇਡਣਾ ਬੰਦ ਨਹੀਂ ਕਰ ਰਿਹਾ ਸੀ ਆਪਣੀ ਵਾਇਲਿਨ ਨੂੰ। Stop, shouted the tired farmer, ਕਿ ਬੰਦ ਕਰੋ, ਯਾਨੀ ਕਿ ਵਾਇਲਿਨ ਨਾ ਬਜਾਓ। ਥੱਕਿਆ ਹੋਏ ਫਾਰਮਰ ਯਾਨੀ ਕਿਸਾਨ ਨੇ ਚੀਕਿਆ। Stop, oh please stop, ਕਿ ਰੁਕੋ, ਕਿਰਪਾ ਕਰਕੇ ਰੁਕ ਜਾਓ। I will give you 1,000 pieces of silver if you only stop, ਮੈਂ ਤੁਹਾਨੂੰ ਚਾਂਦੀ ਦੇ 1,000 ਸਿੱਕੇ ਦੇਵਾਂਗਾ ਜੇ ਤੁਸੀਂ ਸਿਰਫ ਓਨਲੀ ਯਾਨੀ ਸਿਰਫ, ਜੇ ਤੁਸੀਂ ਸਿਰਫ ਰੁਕ ਜਾਓ। Let us go and fetch them first, said the boy, ਮੁੰਡੇ ਨੇ ਕਿਹਾ ਕਿ ਚਲੋ ਆਪਾਂ ਚਲੀਏ ਅਤੇ ਪਹਿਲਾਂ ਉਹ ਚਾਂਦੀ ਦੇ ਸਿੱਕਿਆਂ ਨੂੰ ਲੈ ਆਉਂਦੇ ਹਾਂ। fetch ਯਾਨੀ ਲੈ ਕੇ ਆਣਾ। So, still dancing, the farmer went into his house, ਇਸ ਲਈ ਅਜੇ ਵੀ ਨੱਚਦਾ ਹੋਇਆ ਕਿਸਾਨ ਆਪਣੇ ਘਰ ਵਿੱਚ ਗਿਆ। And took the silver coins from beneath a board in the floor where he had hidden them. beneath यानी हेठा, बोर्ड यानी गत्ता, फ्लोर यानी कि फर्श, हिडन यानी छुपाया होया, ਅਤੇ ਚਾਂਦੀ ਦੇ ਸਿੱਕੇ ਫਰਸ਼ ਵਿੱਚ ਇੱਕ ਬੋਰਡ ਦੇ ਹੇਠਾਂ ਤੋਂ ਲੈ ਗਿਆ ਜਿੱਥੇ ਉਸ ਨੇ ਉਹਨਾਂ ਨੂੰ ਲੁਕਾਇਆ ਹੋਇਆ ਸੀ। And the boy played on and on, ਅਤੇ ਮੁੰਡਾ ਲਗਾਤਾਰ ਵਾਇਲਿਨ ਵਜਾਉਂਦਾ ਰਿਹਾ।
It was only when the farmer held out the 1,000 pieces of silver to the boy that he stopped playing the violin. ਜਦੋਂ ਕਿਸਾਨ ਨੇ ਚਾਂਦੀ ਦੇ 1,000 ਸਿੱਕੇ ਮੁੰਡੇ ਨੂੰ ਦਿੱਤੇ ਤਾਂ ਹੀ ਉਸਨੇ ਵਾਇਲਿਨ ਵਜਾਣਾ ਬੰਦ ਕੀਤਾ। Then he went on his way. ਫਿਰ ਉਹ ਮੁੰਡਾ ਆਪਣੇ ਰਾਹ ਤੇ ਤੁਰ ਪਿਆ। But the farmer ran before him into the village. ਪਰ ਉਹ ਜੋ ਕਿਸਾਨ ਸੀ ਉਹ ਮੁੰਡੇ ਤੋਂ ਪਹਿਲਾਂ ਹੀ ਪਿੰਡ ਵੱਲ ਭੱਜ ਗਿਆ। ਵਿਲੇਜ ਯਾਨੀ ਕਿ ਪਿੰਡ, ਰੈਨ ਬਿਫੋਰ ਹਿਮ ਯਾਨੀ ਉਸ ਤੋਂ ਪਹਿਲਾਂ ਹੀ ਦੌੜ ਜਾਣਾ। And told the police that the boy was a thief. thief ਯਾਨੀ ਚੋਰ। ਅਤੇ ਉਹ ਕਿਸਾਨ ਨੇ ਪੁਲਿਸ ਨੂੰ ਕਿਹਾ ਕਿ ਉਹ ਜੋ ਮੁੰਡਾ ਹੈ ਉਹ ਚੋਰ ਹੈ। The magistrate sent out the policeman. ਮੈਜਿਸਟ੍ਰੇਟ ਨੇ ਕੀ ਕੀਤਾ? ਉਸ ਨੇ ਪੁਲਿਸ ਵਾਲਿਆਂ ਨੂੰ ਮੁੰਡੇ ਪਿੱਛੇ ਭੇਜਿਆ। And they soon caught the boy with the 1,000 pieces of silver. ਅਤੇ ਉਹ ਪੁਲਿਸ ਵਾਲੇ ਬੱਚੇ ਨੂੰ, ਲੜਕੇ ਨੂੰ ਜਲਦੀ ਹੀ, ਸੂਨ ਯਾਨੀ ਕਿ ਜਲਦੀ ਹੀ ਚਾਂਦੀ ਦੇ 1,000 ਸਿੱਕਿਆਂ ਨਾਲ ਫੜ ਲਿਆ। That the farmer said he had stolen. ਜੋ ਕਿ ਕਿਸਾਨ ਨੇ ਕਿਹਾ ਸੀ ਕਿ ਉਸਨੇ ਚੋਰੀ ਕੀਤੇ ਹੈ। ਯਾਨੀ ਕਿ ਬੱਚੇ ਨੇ ਜੋ 1,000 ਸਿਲਵਰ ਕੋਇਨਸ ਲਿੱਤੇ ਸੀ ਕਿਸਾਨ ਤੋਂ ਅਤੇ ਉਹ ਚੱਲ ਪਿਆ ਸੀ ਆਪਣੀ ਰਾਹ ਵਿੱਚ, ਕਿਸਾਨ ਨੇ ਕੀ ਕੀਤਾ? ਉਸ ਤੋਂ ਪਹਿਲਾਂ ਹੀ ਪਿੰਡ ਪਹੁੰਚ ਗਿਆ ਅਤੇ ਪੁਲਿਸਮੈਨ ਨੂੰ ਕਹਿ ਦਿੱਤਾ ਕਿ ਇਹ ਚੋਰ ਹੈ, ਇਸ ਨੇ ਮੇਰੇ ਸਿਲਵਰ ਕੋਇਨਸ ਚੋਰੀ ਕੀਤੇ ਹੈ। ਅਤੇ ਮੈਜਿਸਟ੍ਰੇਟ ਨੇ ਕੀ ਕੀਤਾ ਕਿ ਪੁਲਿਸ ਵਾਲਿਆਂ ਨੂੰ ਉਸ ਮੁੰਡੇ ਪਿੱਛੇ ਭੇਜਿਆ ਅਤੇ ਉਸ ਮੁੰਡੇ ਨੂੰ ਫੜ ਲਿਆ। In those days in Sicily, the punishment for stealing was death. ਕਿ ਉਹਨਾਂ ਦਿਨਾਂ ਵਿੱਚ ਸਿਸਲੀ ਵਿੱਚ ਚੋਰੀ ਕਰਨ ਦੀ ਸਜ਼ਾ ਮੌਤ ਸੀ। ਪਨਿਸ਼ਮੈਂਟ ਯਾਨੀ ਕਿ ਮੌਤ। It seemed impossible for such a poor boy to have such a large sum of money. Seemed यानी कि लगना, impossible कि ਹੋ ਹੀ ਨਹੀਂ ਸਕਦਾ, impossible यानी कि असंभव, ਔਰ ਲਾਰਜ ਸਮ ਆਫ ਮਨੀ ਕਿ ਇੰਨੀ ਵੱਡੀ ਰਕਮ। ਤਾਂ ਅਜਿਹੇ ਗਰੀਬ ਮੁੰਡੇ ਲਈ ਇੰਨੀ ਵੱਡੀ ਰਕਮ ਹੋਣੀ ਅਸੰਭਵ ਜਾਪਦੀ ਸੀ। ਸੋ ਹੀ ਵਾਜ਼ sentenced to be hanged at once. ਇਸ ਲਈ ਉਸ ਨੂੰ ਤਦੋਂ ਹੀ ਫਾਂਸੀ ਦੀ ਸਜ਼ਾ ਸੁਣਾ ਦੀ ਗਈ ਕਿ ਇਹਨੂੰ ਹਲੇ ਹੀ ਫਾਂਸੀ ਦੇ ਚਾੜ ਦੇਣਾ ਚਾਹੀਦਾ ਹੈ ਕਿਉਂਕਿ ਇਸ ਨੇ ਚੋਰੀ ਕੀਤਾ ਹੈ। The boy asked the magistrate to let him play the violin before he was hanged. तो ਲੜਕੇ ਨੇ ਮੈਜਿਸਟ੍ਰੇਟ ਨੂੰ ਫਾਂਸੀ ਦੇਣ ਤੋਂ ਪਹਿਲਾਂ ਉਸ ਨੂੰ ਵਾਇਲਿਨ ਨੂੰ ਵਜਾਉਣ ਦੀ ਇਜਾਜ਼ਤ ਮੰਗੀ। The kind magistrate allowed him to do so. तो दयालु, काइंड यानी कि ਦਿਆਲੂ ਮੈਜਿਸਟ੍ਰੇਟ ਨੇ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ। The farmer cried out in alarm. ਇੱਥੇ cried out in alarm ਦਾ ਮਤਲਬ ਹੁੰਦਾ ਹੈ ਚੌਕੰਨੇ ਹੋ ਕੇ ਬੋਲਣਾ। ਕਿਸਾਨ ਨੇ ਚੌਕੰਨੇ ਹੋ ਕੇ ਰੌਲਾ ਪਾਇਆ। When he saw the hangman give the violin back to the boy. ਜਦੋਂ ਉਸਨੇ ਦੇਖਿਆ ਕਿ ਉਹ ਜੋ ਜਲਾਦ ਹੈ, ਹੈਂਗਮੈਨ ਯਾਨੀ ਕਿ ਜੋ ਫਾਂਸੀ ਉੱਤੇ ਚਾੜਦਾ ਹੈ, ਜਲਾਦ, ਜਦੋਂ ਕਿਸਾਨ ਨੇ ਦੇਖਿਆ ਕਿ ਉਹ ਜਲਾਦ ਲੜਕੇ ਨੂੰ ਵਾਇਲਿਨ ਵਾਪਸ ਦੇ ਰਿਹਾ ਹੈ ਤਾਂ ਉਹ ਚੌਕੰਨਾ ਹੋ ਕੇ ਚਿল্ਲਾਇਆ ਐਂਡ shouted to the magistrate. ਅਤੇ ਮੈਜਿਸਟ੍ਰੇਟ ਨੂੰ ਜ਼ੋਰ ਨਾਲ ਕਿਹਾ। He must not play.
ਕਿਸਾਨ ਨੇ ਕਿਹਾ ਕਿ ਨਹੀਂ, ਇਹ ਲੜਕੇ ਨੂੰ ਵਾਇਲਿਨ ਨਹੀਂ ਵਜਾਉਣਾ ਹੈ। ਹੀ ਮਸਟ ਨਾਟ ਪਲੇ, ਕਿ ਇਹਨੂੰ ਵਾਇਲਿਨ ਵਜਾਣ ਦੇਣਾ ਨਹੀਂ ਹੈ। ਓ ਡੂ ਨਾਟ ਲੈਟ ਹਿਮ ਪਲੇ, ਉਹ ਕਿ ਇਹਨੂੰ ਵਜਾਣ ਨਾ ਦਿਓ। ਬਟ ਦ ਮੈਜਿਸਟ੍ਰੇਟ ਓਨਲੀ ਸਮਾਈਲਡ ਐਂਡ ਸੈਡ, ਲੇਕਿਨ ਮੈਜਿਸਟ੍ਰੇਟ ਸਿਰਫ ਮੁਸਕਰਾਇਆ ਅਤੇ ਕਿਹਾ, ਇਟ ਕੈਨ ਡੂ ਨੋ ਹਾਰਮ, ਇਹ ਕੋਈ ਨੁਕਸਾਨ ਨਹੀਂ ਕਰੇਗਾ। ਯਾਨੀ ਕਿ ਮੁੰਡੇ ਦਾ ਵਾਇਲਿਨ ਖੇਡਣਾ ਕੋਈ ਨੁਕਸਾਨ ਨਹੀਂ ਕਰੇਗਾ। ਲੈਟ ਦ ਪੂਅਰ ਲੈਡ ਪਲੇ ਦ ਵਾਇਲਿਨ ਫॉर ਅ ਫਿਊ ਮਿਨਟਸ, ਵਿਚਾਰੇ ਗਰੀਬ ਮੁੰਡੇ ਨੂੰ ਕੁਝ ਮਿੰਟਾਂ ਲਈ ਵਾਇਲਿਨ ਵਜਾਣ ਦਿਓ। ਹੀ ਇਜ਼ ਟੂ ਯੰਗ ਟੂ ਡਾਈ, ਉਸ ਦੀ ਉਮਰ ਮਰਨ ਲਈ ਹਲੇ ਬਹੁਤ ਛੋਟੀ ਹੈ, ਯਾਨੀ ਉਸਨੂੰ ਵਾਇਲਿਨ ਖੇਡ ਲੈਣ ਦਿਓ। ਸੋ ਦ ਬॉय ਬਿਗੈਨ ਟੂ ਪਲੇ ਦਾ ਵਾਇਲਿਨ, ਫਿਰ ਮੁੰਡੇ ਨੇ ਆਪਣੀ ਵਾਇਲਿਨ ਵਜਾਣੀ ਸ਼ੁਰੂ ਕਰ ਦਿੱਤੀ। ਐਟ ਵੰਸ, ਤਦੋਂ ਹੀ ਜਿੱਦਾਂ ਹੀ ਮੁੰਡੇ ਨੇ ਵਾਇਲਿਨ ਵਜਾਣਾ ਸ਼ੁਰੂ ਕੀਤਾ, ਦ ਮੈਜਿਸਟ੍ਰੇਟ ਐਂਡ ਦ ਹੈਂਗਮੈਨ ਐਂਡ ਦ ਫਾਰਮਰ ਐਂਡ all the people, ਕਿ ਤਦੋਂ ਹੀ ਮੈਜਿਸਟ੍ਰੇਟ, ਜੱਲਾਦ, ਕਿਸਾਨ ਅਤੇ ਸਾਰੇ ਲੋਕ who were gathered, ਕਿ ਇਹ ਸਾਰੇ ਲੋਕ ਜੋ ਉੱਥੇ ਇਕੱਠੇ ਹੋਏ ਸੀ in the market place to see the poor boy hanged, ਕਿ ਜੋ ਸਾਰੇ ਲੋਕ ਮਾਰਕੀਟ ਪਲੇਸ ਦੇ ਵਿੱਚ ਇਕੱਠੇ ਹੋਏ ਸੀ ਉਹ ਵਿਚਾਰੇ ਗਰੀਬ ਬੱਚੇ ਨੂੰ ਫਾਂਸੀ 'ਤੇ ਲਟਕਦੇ ਹੋਏ ਦੇਖਣ ਲਈ ਕੀ ਹੋਇਆ, ਬਿਗੈਨ ਟੂ ਡਾਂਸ, ਇਹ ਸਾਰੇ ਲੋਕ ਨੱਚਣ ਲੱਗ ਪਏ। ਦੇ ਡਾਂਸਡ ਐਂਡ ਡਾਂਸਡ, ਇਹ ਸਾਰੇ ਲੋਕ ਮੈਜਿਸਟ੍ਰੇਟ, ਕਿਸਾਨ, ਜੱਲਾਦ ਅਤੇ ਹੋਰ ਵੀ ਲੋਕ ਜੋ ਇਕੱਠੇ ਹੋਏ ਸੀ ਉਹ ਨੱਚਦੇ ਰਹੇ ਅਤੇ ਨੱਚਦੇ ਰਹੇ। ਐਂਡ ਵਾਈਲ ਦਾ ਬॉय ਪਲੇਡ, ਜਦੋਂ ਕਿ ਉਹ ਮੁੰਡਾ ਵਾਇਲਿਨ ਵਜਾ ਰਿਹਾ ਸੀ। ਦੇ ਕੁਡ ਨਾਟ ਸਟਾਪ ਡਾਂਸਿੰਗ, ਤੋ ਜਦੋਂ ਮੁੰਡਾ ਵਾਇਲਿਨ ਵਜਾ ਰਿਹਾ ਸੀ ਇਹ ਸਾਰੇ ਲੋਕ ਨੱਚਦੇ ਰਹੇ ਅਤੇ ਨੱਚਣਾ ਆਪਣਾ ਬੰਦ ਨਹੀਂ ਕਰ ਸਕੇ। ਓ ਓ ਓ ਦ ਮੈਜਿਸਟ੍ਰੇਟ ਕ੍ਰਾਈਡ, ਕਿ ਮੈਜਿਸਟ੍ਰੇਟ ਬੋਲਿਆ ਓ ਓ ਓ, ਆਈ ਕੈਨੋਟ ਗੋ ਔਨ, ਮੈਂ ਇਸ ਤਰ੍ਹਾਂ ਨੱਚਦਾ ਨਹੀਂ ਰਹਿ ਸਕਦਾ। ਆਈ ਕੈਨੋਟ, ਮੈਂ ਨਹੀਂ। ਬਟ ਹੀ ਹੈਡ ਟੂ ਡਾਂਸ, ਪਰ ਉਸਨੂੰ ਨੱਚਣਾ ਪੈ ਰਿਹਾ ਸੀ। ਬਿਕੋਜ਼ ਹੀ ਕੁਡ ਨਾਟ ਸਟਾਪ, ਕਿਉਂਕਿ ਉਹ ਰੁਕ ਨਹੀਂ ਸਕ ਰਿਹਾ ਸੀ। ਮੈਜਿਸਟ੍ਰੇਟ ਕਹਿ ਰਿਹਾ ਸੀ ਮੈਂ ਨਹੀਂ ਨੱਚ ਸਕਦਾ, ਇਸ ਤਰ੍ਹਾਂ ਮੈਂ ਨਹੀਂ ਨੱਚ ਸਕਦਾ, ਪਰ ਉਹਨੂੰ ਨੱਚਣਾ ਪੈ ਰਿਹਾ ਸੀ ਕਿਉਂਕਿ ਉਹ ਇਸ ਤਰ੍ਹਾਂ ਰੁਕ ਨਹੀਂ ਸਕਦਾ ਸੀ। ਮੇਕ ਹਿਮ ਸਟਾਪ ਕ੍ਰਾਈਡ ਦ ਟਾਇਰਡ ਫਾਰਮਰ, ਟਾਇਰਡ ਯਾਨੀ ਕਿ ਥੱਕਿਆ ਹੋਇਆ, ਤਾਂ ਉਸ ਨੂੰ ਰੋਕੋ, ਥਕੇ ਹੋਏ ਕਿਸਾਨ ਨੇ ਕਿਹਾ। ਮੇਕ ਹਿਮ ਸਟਾਪ, ਉਸ ਨੂੰ ਰੋਕੋ। ਹੀ ਕੈਨ ਹੈਵ ਮਾਈ 1000 ਪੀਸਿਸ ਆਫ ਸਿਲਵਰ ਇਫ ਹੀ ਸਟਾਪਸ, ਫਿਰ ਕਿਸਾਨ ਕਹਿੰਦਾ ਹੈ ਕਿ ਜਦੇ ਉਹ ਰੁਕ ਜਾਂਦਾ ਹੈ ਤਾਂ ਉਹ ਮੇਰੇ 1000 ਚਾਂਦੀ ਦੇ ਸਿੱਕੇ ਲੈ ਸਕਦਾ ਹੈ। I shall die, I shall die, cried the hangman, ਮੈਂ ਮਰ ਜਾਵਾਂਗਾ, ਮੈਂ ਮਰ ਜਾਵਾਂਗਾ, ਇਹ ਜੱਲਾਦ ਨੇ ਕਿਹਾ। I can dance no more, make him stop, ਕਿ ਮੈਂ ਹੋਰ ਨਹੀਂ ਨੱਚ ਸਕਦਾ, ਉਸ ਨੂੰ ਰੋਕੋ। ਬਟ ਦ ਬॉय ਪਲੇਡ ਔਨ, ਪਰ ਮੁੰਡਾ ਵਾਇਲਿਨ ਵਜਾਉਂਦਾ ਰਿਹਾ। ਐਂਡ ਦ ਮੈਜਿਸਟ੍ਰੇਟ ਐਂਡ ਦ ਹੈਂਗਮੈਨ ਐਂਡ ਦ farmer looked like dead people dancing, ਮੁੰਡਾ ਵਾਇਲਿਨ ਵਜਾਉਂਦਾ ਰਿਹਾ ਅਤੇ ਮੈਜਿਸਟ੍ਰੇਟ, ਜੱਲਾਦ, ਕਿਸਾਨ ਮੁਰਦੇ ਲੋਕ ਵਰਗੇ ਨੱਚਦੇ ਹੋਏ ਦਿਖਾਈ ਦਿੰਦੇ ਸਨ। ਉਹ ਨੱਚੀ ਜਾ ਰਹੇ ਸਨ। for they had no strength left in them, strength ਯਾਨੀ ਕਿ ਤਾਕਤ, ਕਿਉਂਕਿ ਉਹਨਾਂ ਵਿੱਚ ਹੁਣ ਕੋਈ ਤਾਕਤ ਨਹੀਂ ਬਚੀ ਸੀ।
ਬਟ ਦੇ ਕੁਡ ਨਾਟ ਸਟਾਪ, ਪਰ ਉਹ ਨਹੀਂ ਰੁਕ ਪਾ ਰਹੇ ਸਨ ਕਿਉਂਕਿ ਮੁੰਡਾ ਵਾਇਲਿਨ ਵਜਾਉਂਦਾ ਜਾ ਰਿਹਾ ਸੀ। At last the magistrate cried, ਅਖੀਰ ਵਿੱਚ ਮੈਜਿਸਟ੍ਰੇਟ ਬੋਲਿਆ, ਸਟਾਪ ਬॉय ਸਟਾਪ, ਰੁਕ ਜਾਓ ਮੁੰਡੇ ਰੁਕ ਜਾਓ। ਯੂ ਸ਼ੈਲ ਗੋ ਫ੍ਰੀ, ਤੁਸੀਂ ਆਜ਼ਾਦ ਹੋ ਕੇ ਜਾ ਸਕਦੇ ਹੋ। The farmer gives you the 1,000 pieces of silver and I give you your freedom। freedom यानी ਆਜ਼ਾਦੀ। ਮੈਜਿਸਟ੍ਰੇਟ ਉਸ ਮੁੰਡੇ ਨੂੰ ਕਹਿੰਦਾ ਹੈ ਕਿ ਕਿਸਾਨ ਤੁਹਾਨੂੰ ਚਾਂਦੀ ਦੇ 1000 ਸਿੱਕੇ ਦੇਵੇਗਾ ਅਤੇ ਮੈਂ ਤੁਹਾਨੂੰ ਤੁਹਾਡੀ ਆਜ਼ਾਦੀ ਦਿੰਦਾ ਹਾਂ। ਵੈਰੀ ਵੈਲ, ਬਹੁਤ ਵਧੀਆ, ਸੈਡ ਦ ਬॉय। ਮੁੰਡੇ ਨੇ ਕਿਹਾ ਕਿ ਠੀਕ ਹੈ, ਬਹੁਤ ਵਧੀਆ, ਤੁਸੀਂ ਮੈਨੂੰ 1000 ਸਿੱਕੇ ਵੀ ਦਵਾ ਦਿਓ ਅਤੇ ਮੈਨੂੰ ਆਜ਼ਾਦੀ ਵੀ ਦੇ ਦਿਓ। ਟੈਲ ਦ ਹੈਂਗਮੈਨ ਟੂ ਫੈਚ ਮਾਈ ਗਨ, ਕਿ ਜਲਾਦ ਨੂੰ ਕਹੋ ਕਿ ਮੇਰੀ ਗਨ ਲੈ ਕੇ ਆਵੇ। ਐਂਡ ਸਿਲਵਰ ਪੀਸਿਸ ਐਂਡ ਆਈ ਵਿਲ ਸਟਾਪ, ਅਤੇ ਮੇਰੇ ਚਾਂਦੀ ਦੇ ਸਿੱਕੇ ਵੀ ਲੈ ਕੇ ਆਵੇ ਅਤੇ ਮੈਂ ਰੁਕ ਜਾਵਾਂਗਾ। ਤੋ ਮੁੰਡੇ ਨੇ ਕੀ ਕਿਹਾ ਕਿ ਜਲਾਦ ਨੂੰ ਕਹੋ ਕਿ ਮੇਰੀ ਬੰਦੂਕ ਅਤੇ ਚਾਂਦੀ ਦੇ ਟੁਕੜੇ ਲੈ ਆਵੇ ਅਤੇ ਮੈਂ ਰੁਕ ਜਾਵਾਂਗਾ। ਸੋ ਦ ਹੈਂਗਮੈਨ danced away to the court house। ਇਸ ਲਈ ਜਲਾਦ ਨੱਚਦੇ ਹੋਏ ਅਦਾਲਤ ਦੇ ਘਰ ਵੱਲ ਨੂੰ ਚਲਾ ਗਿਆ। ਕੀ ਲੈਣ? ਉਹਦੀ ਗਨ ਅਤੇ 1000 pieces of silver। where the silver and the gun were kept, ਜਿੱਥੇ ਕਿ ਚਾਂਦੀ ਅਤੇ ਬੰਦੂਕ ਰੱਖੀ ਹੋਈ ਸੀ। He returned with the boy's things in his hands। Return यानी वापस आना। ਉਹ ਮੁੰਡੇ ਦੀਆਂ ਚੀਜ਼ਾਂ ਆਪਣੇ ਹੱਥਾਂ ਵਿੱਚ ਲੈ ਕੇ ਵਾਪਸ ਆ ਗਿਆ, ਯਾਨੀ ਕਿ ਜਲਾਦ ਵਾਪਸ ਆ ਗਿਆ। The boy said, ਮੁੰਡੇ ਨੇ ਕਿਹਾ। ਜਦੋਂ ਜਲਾਦ ਉਸ ਦੀ ਗਨ ਅਤੇ ਸਿਲਵਰ ਕੋਇਨਸ ਲੈ ਆਇਆ ਤਦ ਮੁੰਡੇ ਨੇ ਕਿਹਾ, tie the gun to my belt and put the money in my pockets। ਬੰਦੂਕ ਨੂੰ ਮੇਰੀ ਬੈਲਟ ਨਾਲ ਬੰਨੋ ਅਤੇ ਪੈਸੇ ਮੇਰੀ ਜੇਬਾਂ ਵਿੱਚ ਪਾਓ। because I trust no one anymore, ਕਿਉਂਕਿ ਮੈਨੂੰ ਹੁਣ ਕਿਸੇ 'ਤੇ ਭਰੋਸਾ ਨਹੀਂ ਹੈ। I shall not stop playing until I have that which is my own। ਮੈਂ ਤਦੋਂ ਤੱਕ ਖੇਡਣਾ ਬੰਦ ਨਹੀਂ ਕਰਾਂਗਾ, ਵਾਇਲਿਨ ਵਜਾਣਾ ਬੰਦ ਨਹੀਂ ਕਰਾਂਗਾ ਜਦੋਂ ਤੱਕ ਮੇਰੇ ਕੋਲ ਉਹ ਨਹੀਂ ਹੈ ਜੋ ਮੇਰਾ ਆਪਣਾ ਹੈ, ਯਾਨੀ ਕਿ ਗਨ ਔਰ ਸਿਲਵਰ ਕੋਇਨਸ। ਐਂਡ ਆਈ ਐਮ ਟੂ ਫਾਰ ਅਵੇ ਫਰੋਮ ਯੂ ਟੂ ਕੈਚ ਮੀ ਅਗੈਨ। ਟੂ ਫਾਰ ਅਵੇ ਯਾਨੀ ਕਿ ਬਹੁਤ ਦੂਰ ਹੋ ਜਾਣਾ, ਅਤੇ ਮੈਂ ਤੁਹਾਨੂੰ ਦੁਬਾਰਾ ਫੜਨ ਲਈ ਤੁਹਾਡੇ ਤੋਂ ਬਹੁਤ ਦੂਰ ਹੋ ਜਾਵਾਂਗਾ ਕਿ ਮੈਂ ਤਦ ਤੱਕ ਇਹ ਵਾਇਲਿਨ ਵਜਾਣਾ ਬੰਦ ਨਹੀਂ ਕਰਾਂਗਾ ਜਦ ਤੱਕ ਕਿ ਮੈਂ ਤੁਹਾਡੇ ਤੋਂ ਬਹੁਤ ਦੂਰ ਹੋ ਜਾਵਾਂਗਾ ਤਾਂ ਕਿ ਤੁਸੀਂ ਮੈਨੂੰ ਫੜ ਨਾ ਸਕੋ ਵਾਪਸ। When the gun was tied to his belt and the money was in his pockets। tied ਯਾਨੀ ਬੰਨਿਆ ਹੋਇਆ। ਜਦੋਂ ਬੰਦੂਕ ਉਸ ਦੀ ਬੈਲਟ ਨਾਲ ਬੰਨੀ ਗਈ ਅਤੇ ਪੈਸੇ ਉਸ ਦੀਆਂ ਜੇਬਾਂ ਵਿੱਚ ਸਨ। He began to walk away। ਉਹ ਤੁਰਨ ਲੱਗ ਪਿਆ। But he still played on the violin because he would not trust them। trust यानी विश्वास करना, them यानी कि ਇਹ ਸਾਰੇ ਲੋਕ, ਮੈਜਿਸਟ੍ਰੇਟ, ਕਿਸਾਨ, ਜਲਾਦ, ਬਾਕੀ ਦੇ ਵੀ ਸਾਰੇ ਲੋਕ। ਪਰ ਉਹ ਫਿਰ ਵੀ ਵਾਇਲਿਨ ਵਜਾਉਂਦਾ ਰਿਹਾ ਕਿਉਂਕਿ ਉਹ ਉਹਨਾਂ 'ਤੇ ਹੁਣ ਭਰੋਸਾ ਨਹੀਂ ਕਰ ਸਕਦਾ ਥਾ। ਯਾਨੀ ਕਿ ਬੈਲਟ ਦੇ ਨਾਲ ਉਹਦੇ ਗਨ ਬੰਨੀ ਹੋਈ ਸੀ, ਉਹਦੇ ਪੋਕਟ ਵਿੱਚ ਪੈਸੇ ਸੀ, ਫਿਰ ਵੀ ਉਹ ਵਾਇਲਿਨ ਵਜਾਉਂਦਾ ਰਿਹਾ
ਕਿਉਂਕਿ ਹੁਣ ਉਹ ਇਹ ਲੋਕਾਂ 'ਤੇ ਟਰਸਟ ਨਹੀਂ ਕਰ ਰਿਹਾ ਸੀ, ਵਿਸ਼ਵਾਸ ਨਹੀਂ ਕਰ ਰਿਹਾ ਸੀ। The farmer and the magistrate and the hangman kept on dancing in the marketplace. Marketplace यानी कि बाजार ਦੇ ਵਿੱਚੋਂ ਵਿੱਚ। ਕਿਸਾਨ, ਮੈਜਿਸਟ੍ਰੇਟ ਅਤੇ ਜੱਲਾਦ ਬਾਜ਼ਾਰ ਵਿੱਚ ਤਦੋਂ ਤੱਕ ਨੱਚਦੇ ਰਹੇ until the sound of the violin had died in the distance. Until यानी ਜਦੋਂ ਤੱਕ ਕਿ ਵਾਇਲਿਨ ਦੀ ਆਵਾਜ਼ ਦੂਰੋਂ ਤੱਕ ਮਰ ਨਹੀਂ ਜਾਂਦੀ। ਯਾਨੀ ਕਿ ਉਹ ਜੋ ਮੁੰਡਾ ਸੀ ਉਹ ਵਾਇਲਿਨ ਨੂੰ ਪਲੇ ਕਰਦਾ ਕਰਦਾ ਬਹੁਤ ਦੂਰ ਚੱਲ ਗਿਆ ਅਤੇ ਵਾਇਲਿਨ ਦੀ ਆਵਾਜ਼ ਆਣੀ ਬੰਦ ਹੋ ਗਈ। ਤਦ ਤੱਕ ਇਹ ਸਾਰੇ ਨੱਚਦੇ ਰਹੇ। Then they fell on the ground. Fell यानी डिग पैना, ground यानी कि जमीन। Because they were all very tired. Tired यानी कि थके हुए। फिर वो सारे जमीन उत्ते डिग पे क्योंकि वो सारे बहुत थक गए सन। But the boy went to find his fortune with his violin under his arm. Fortune यानी कि अच्छा नसीब। पर मुंडा अपनी बांह हेठा वायलिन लैके अपनी किस्मत लब्बन गया। His gun on his back and the 1,000 pieces of silver in his pocket. ਉਸ ਦੀ ਵਾਇਲਿਨ ਸੀ ਉਹਦੇ ਕੋਲ ਬਾਂਹ ਹੇਠਾਂ ਅਤੇ ਉਸ ਦੀ ਪਿੱਠ 'ਤੇ ਉਸ ਦੀ ਬੰਦੂਕ ਅਤੇ ਉਸ ਦੇ ਜੇਬ ਵਿੱਚ ਚਾਂਦੀ ਦੇ 1000 ਟੁਕੜੇ ਸਨ। ਅਤੇ ਉਸ ਮੁੰਡੇ ਦੇ ਕੋਲ ਹੁਣ ਵਾਇਲਿਨ ਸੀ, ਗਨ ਸੀ ਅਤੇ 1000 ਚਾਂਦੀ ਦੇ ਟੁਕੜੇ ਸੀ ਜਿਨ੍ਹਾਂ ਨੂੰ ਲੈ ਕੇ ਉਹ ਆਪਣੇ ਨਸੀਬ ਨੂੰ, ਅੱਛੇ ਨਸੀਬ ਨੂੰ ਲੱਭਣ ਚੱਲ ਪਿਆ। ਸੋ ਐਵਰੀਵਨ, ਇਹ ਸੀ ਤੁਹਾਡਾ ਚੈਪਟਰ ਨੰਬਰ 1 ਦਾ ਮੈਜਿਕ ਵਾਇਲਿਨ ਦੀ ਐਕਸਪਲੇਨੇਸ਼ਨ ਅਤੇ ਰੀਡਿੰਗ। ਇਸ ਦੇ ਕੁਐਸਚਨ ਆਨਸਰਸ ਲਈ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਔਰ ਇਸ ਵੀਡੀਓ ਨੂੰ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰੋ। ਥੈਂਕ ਯੂ ਵੈਰੀ ਮਚ ਐਵਰੀਵਨ।